एक ओंकार सतनाम करता पुरख निर्भव निर्वैर अकाल मूरत अजूनी सैभम गुरु प्रसाद जप आदि सच जुगाद सच है भी सच नानक होशी भी सच। कल्याण महला चौथा। प्रभु की जय कृपा निधान हम हर गुण गावेंगे। हों तुमरी करो नित आस प्रभु मोय कब गल लावेंगे। रहा हम बारिक मुगद यान पिता समझावेंगे। सुत खिन खिन भूल विगार जगत वित पावेंगे। जो हर स्वामी तुम दे सोई हम पावेंगे। मोहि दूजी नाही ठौर जिस पे हम जावेंगे। जो हर भावै भगत तिना हर भावेंगे। ज्योति जोत मिलाए जोत रल जावेंगे। हर आपे होए कृपाल आप लिव लावेंगे। जन नानक शरण दुआर हर लाज रखावेंगे। जन नानक शरण दुआर हर लाज रखावेंगे। जन नानक शरण द्वार हर लाज रखावेंगे। सगल द्वार को छाड़ के वे हो तुहारो द्वार। बाहें गहे की लाज अस गोविंद दास तुहार। ऐसे चंड प्रताप ते देवन बढ़ियो प्रताप। तीन लोक जय जय करे ररे नाम सतजार। ऐसे चंड प्रताप ते देवन बढ़ियो प्रताप। तीन लोक जय जय करे ररे नाम सतजार। ऐसे चंड प्रताप ते देवन बढ़ियो प्रताप। तीन लोक जय जय करे ररे नाम सतजार। जिसनो तू रखवाला मारे तिस कौन। जिसनो तू रखवाला जिता तिन्ने भैण। जिसनो तेरा अंग तिस मुख उजला। जिसनो तेरा अंग सो निर्मली हूँ निर्मला। जिसनो तेरी नदर ना लेखा पुछिए। जिसनो तेरी खुशी तिन नौ निध पुंचिए। जिसनो तू प्रभवल तिस क्या मोह छंदगी। जिसनो तेरी मेहर सो तेरी बंदगी। हूँ आया दूरों चल के मैं तकी तो शरण आए जियो। मैं आशा रखी चित में मेरा सबो दुख गवाए जियो। मैं आशा रखी चित में मेरा सबो दुख गवाए जियो। सतनाम श्री वाहिगुरु जी। सोही महला पंजवा। गुर अपने ऊपर बल जाइए। आठ पहर हर हर जस गाइए। गुर अपने ऊपर बल जाइए। आठ पहर हर हर जस गाइए। सिमरो सो प्रभ अपना स्वामी। सगल घटा का अंतर्जामी रहाओ। चरण कमल स्यों लागी प्री। साची पूरन निर्मलरी। संत प्रसाद वसे मन माही। जन्म जन्म के किल बिख जाही। कर कृपा प्रभु दीन दयाला। नानक मांगे संत रवाला।
कर किरपा प्रभु दीन दयाला, नानक मांगे संत रवाला। वाहिगुरु जी का खालसा, वाहिगुरु जी की फतेह। ਅੰਮ੍ਰਿਤ ਵੇਲੇ ਦੀ ਉਹ ਬਖਸ਼ਿਸ਼ਾਂ, ਰਹਿਮਤਾਂ, ਖੁਸ਼ੀਆਂ ਭਰੀਆਂ ਬੂੰਦਾਂ, ਅੰਮ੍ਰਿਤ ਵੇਲੇ ਦੀ ਅੰਮ੍ਰਿਤ ਵਰਖਾ, ਅੰਮ੍ਰਿਤ ਵੇਲੇ ਦੀ ਉਹ ਤਾਕਤ, ਉਹ ਸ਼ਕਤੀ ਜੋ ਅੰਮ੍ਰਿਤ ਵੇਲੇ ਉਸ ਬ੍ਰਹਿਮੰਡ ਵਿੱਚ ਵਿਚਰਦੀਆਂ ਹਨ, ਉਹ ਸ਼ਕਤੀਆਂ ਜੋ ਹਮੇਸ਼ਾ ਹੀ ਇਹ ਸੰਸਾਰ, ਇਹ ਆਲਵਰਲਡ ਉਸ ਪਰਮਾਤਮਾ ਦੀ ਪ੍ਰੋਪਰਟੀ ਹੈ ਤੇ ਉਹ ਆਪ ਇਹਦੀ ਦੇਖਭਾਲ ਕਰਦਾ ਹੈ, ਇਹਦਾ ਕਰਤਾ ਧਰਤਾ ਹੈ ਅਤੇ ਉਸਨੇ ਉਹਨਾਂ ਸਾਰਿਆਂ ਦੀਆਂ ਹੀ ਉਹ ਡਿਊਟੀਆਂ ਲਾਈਆਂ ਹੋਈਆਂ ਹਨ ਜੋ ਇਸ ਦੀ ਦੇਖਭਾਲ ਕਰਦੇ ਹਨ। ਤੇ ਪਰਮ ਸਰੂਪ ਜੋ ਆਤਮਾਵਾਂ ਸੰਸਾਰ ਵਿੱਚ ਆਉਂਦੀਆਂ ਹਨ, ਉਹ ਆਤਮਾਵਾਂ, ਪਵਿੱਤਰ ਆਤਮਾਵਾਂ ਸਿਮਰਨ ਨਾਲ ਜੁੜ ਕੇ ਪ੍ਰਭੂ ਪ੍ਰੀਤਮ ਅਕਾਲ ਪੁਰਖ ਦੀ ਉਸਤਤ ਵਿੱਚ ਜੁੜ ਕੇ ਉਸ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦੀਆਂ ਹਨ ਅਤੇ ਉਹ ਆਤਮਾ ਅਤੇ ਪਰਮਾਤਮਾ ਇੱਕਮਿਕ ਹੋ ਕੇ ਉਹ ਫਿਰ ਇੱਕ ਹੋ ਜਾਂਦੇ ਹਨ। ਤੇ ਪਿਆਰਿਓ, ਉਸ ਮਾਲਿਕ ਨੇ ਸਾਨੂੰ ਵੀ ਉਹ ਬਖਸ਼ਿਸ਼ਾਂ, ਉਹ ਰਹਿਮਤਾਂ ਦਾ ਪਾਤਰ ਬਣਾਇਆ ਹੈ, ਉਹਨਾਂ ਖੁਸ਼ੀਆਂ ਦਾ ਪਾਤਰ ਬਣਾਇਆ ਹੈ। ਜੇ ਆਪਾਂ ਆਪਣੇ ਇਸ ਅਨਮੋਲ ਜੀਵਨ ਨੂੰ ਸਮਝ ਲਈਏ ਕਿ ਆਪਾਂ ਨੂੰ ਇਹ ਅਨਮੋਲ ਜੀਵਨ ਕਿਉਂ ਮਿਲਿਆ ਹੈ, ਇਹ ਜੀਵਨ ਕਿੰਨਾ ਅਨਮੋਲ ਹੈ, ਇਹ ਕਿੰਨੀਆਂ ਬਖਸ਼ਿਸ਼ਾਂ, ਕਿੰਨੀਆਂ ਰਹਿਮਤਾਂ, ਕਿੰਨੀਆਂ ਭਗਤੀਆਂ ਦੁਆਰਾ, ਅੱਛੇ ਕਰਮਾਂ ਦੁਆਰਾ ਫਿਰ ਪ੍ਰਾਪਤ ਹੁੰਦਾ ਹੈ, ਪਰ ਅਸੀਂ ਉਸ ਗੱਲ ਨੂੰ ਕਦੀ ਸੋਚਿਆ ਹੀ ਨਹੀਂ। ਬਸ ਆਪਾਂ ਕਹਿੰਦੇ ਹਾਂ ਮੌਕਾ ਮਿਲ ਗਿਆ ਹੈ ਤੇ ਫਿਰ ਮੌਕੇ ਮਿਲ ਜਾਣੇ ਹਨ, ਪਰ ਐਸਾ ਕੁਝ ਨਹੀਂ ਹੈ। ਮੌਕਾ ਉਹਨਾਂ ਨੂੰ ਹੀ ਫਿਰ ਦੁਬਾਰਾ ਮਿਲਦਾ ਹੈ ਜਿਨ੍ਹਾਂ ਨੇ ਵਾਕਈ ਸੱਚੇ ਮਨ ਨਾਲ ਉਸ ਪਰਮਾਤਮਾ, ਉਸ ਅਕਾਲ ਪੁਰਖ ਦੀ ਉਸਤਤੀ ਕਰਕੇ ਉਸਦੇ ਚਰਨਾਂ ਨਾਲ ਜੁੜੇ ਹਨ, ਜੋ ਉਸਦੀ ਵਾਕਈ ਅੰਸ਼ ਬਣ ਕੇ, ਉਸਦੇ ਪੁੱਤਰ ਪੁੱਤਰੀਆਂ ਬਣ ਕੇ, ਉਹਦੇ ਜਨ ਬਣ ਕੇ, ਉਹਦੇ ਸੇਵਾਦਾਰ ਬਣ ਕੇ ਇਸ ਸੰਸਾਰ ਵਿੱਚ ਉਹਨਾਂ ਨੇ ਆ ਕੇ ਆਪਣਾ ਜੀਵਨ ਸਫਲਾ ਕਰ ਲਿਆ ਹੈ। ਕਿਉਂਕਿ ਪਰਮ ਸ਼ਕਤੀ, ਪਰਮ ਸਰੂਪ ਉਹ ਅਕਾਲ ਪੁਰਖ, ਪਰਮ ਪਿਤਾ ਪਰਮੇਸ਼ਵਰ ਜੋ ਯੂਨੀਵਰਸ ਬ੍ਰਹਿਮੰਡ ਵਿੱਚ ਵਰਤਦਾ ਹੈ, ਉਹ ਸਾਰੀਆਂ ਸ਼ਕਤੀਆਂ ਉਸਨੇ ਪੂਰੇ ਬ੍ਰਹਿਮੰਡ ਵਿੱਚ ਸੈੱਟ ਕੀਤੀਆਂ ਹੋਈਆਂ ਹਨ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਵਿੱਚ ਵਰਤ ਰਿਹਾ ਹੈ, ਸਭ ਆਪਾਂ ਦੇਖ ਰਹੇ ਹਾਂ। ਉਹ ਆਕਾਸ਼, ਉਹ ਪਾਤਾਲ, ਉਹ ਧਰਤੀ, ਉਹ ਜੋ ਵੀ ਆਪਾਂ ਪ੍ਰਕਿਰਤੀ ਨੂੰ ਸਾਰੇ ਨੂੰ ਦੇਖ ਰਹੇ ਹਾਂ, ਉਸ ਪਰਮਾਤਮਾ ਦੇ ਸਾਰੀ ਸਿਰਜਣਾ ਨੂੰ ਦੇਖ ਰਹੇ ਹਾਂ। ਕਰਨਹਾਰ ਜੋ ਪਰਮਾਤਮਾ ਹੈ, ਉਸ ਦੀਆਂ ਸਾਰੀਆਂ ਸ਼ਕਤੀਆਂ ਸਾਡੇ ਸਾਹਮਣੇ ਹਨ, ਪਰ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ। ਕਦੇ ਧਿਆਨ ਕੀਤਾ ਹੀ ਨਹੀਂ ਕਿ ਪਰਮਾਤਮਾ ਨੇ ਸਾਡੇ ਵਾਸਤੇ ਐਡਾ ਸੋਹਣਾ ਸੰਸਾਰ ਬਣਾਇਆ ਹੈ, ਐਸਾ ਪਿਆਰਾ, ਇਹ ਰਿਸ਼ਤੇ ਨਾਤੇ ਬਣਾਏ ਹਨ ਤੇ ਇਹਨਾਂ ਰਿਸ਼ਤੇ ਨਾਤਿਆਂ ਵਿੱਚ ਰਹਿ ਕੇ ਇਨਸਾਨ, ਗ੍ਰਸਥ ਵਿੱਚ ਰਹਿ ਕੇ ਇਨਸਾਨ ਉਸ ਪ੍ਰਭੂ ਪਰਮਾਤਮਾ ਨੂੰ ਪਾ ਸਕਦਾ ਹੈ। ਕਿਉਂਕਿ ਸਰਬ ਸਾਂਝੀ ਵਾਲਤਾ ਦਾ ਉਪਦੇਸ਼, ਗੁਰਬਾਣੀ ਦਾ ਉਪਦੇਸ਼, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਾਨੂੰ ਬਾਰ-ਬਾਰ ਇਹ ਸਮਝਾਉਂਦਾ ਕਿ ਇਹ ਇਨਸਾਨ, ਇਹ ਬਾਣੀ ਗੁਰੂ ਕਿਉਂ ਹੈ? ਕਿਉਂਕਿ ਇਸ ਬਾਣੀ ਵਿੱਚ ਉਸ ਪਰਮਾਤਮਾ ਦੀ ਉਸਤਤੀ ਹੈ। ਉਸ ਪਰਮਾਤਮਾ ਦੀ ਜਦੋਂ ਆਪਾਂ ਉਸ ਦੀ ਉਸਤਤੀ ਕਰਦੇ ਹਾਂ ਨਾ, ਉਹਦੀ ਆਰਾਧਨਾ ਕਰਦੇ ਹਾਂ, ਕਿਉਂਕਿ ਬਾਣੀ ਸਾਨੂੰ ਇਹ ਸਮਝਾਉਂਦੀ, ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹਦੇ 'ਚ ਉਹ ਅੰਮ੍ਰਿਤ ਵਰਖਾ ਹੈ, ਉਹ ਅੰਮ੍ਰਿਤ ਦੀਆਂ ਬੂੰਦਾਂ,
ਉਹ ਅੰਮ੍ਰਿਤ ਦੀਆਂ ਖੁਸ਼ੀਆਂ ਇਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਜੋ ਸਾਨੂੰ ਪਲ ਪਲ ਤੇ ਉਹ ਰਸਤਾ, ਉਹ ਮਾਰਗ ਦਿਖਾਉਂਦੀਆਂ ਹਨ, ਉਹ ਗਿਆਨ ਦਿੰਦੀਆਂ ਹਨ ਕਿ ਇਹ ਇਨਸਾਨ ਇਸ ਗਿਆਨ ਨੂੰ ਤੂੰ ਪ੍ਰਾਪਤ ਕਿਵੇਂ ਕਰ ਸਕਦਾ ਹੈ, ਇਹਨਾਂ ਖੁਸ਼ੀਆਂ ਨੂੰ ਤੂੰ ਆਪਣੇ ਲਾਈਫ ਵਿੱਚ ਕਿਵੇਂ ਲਿਆ ਸਕਦਾ ਹੈ। ਤੇ ਬਾਣੀ ਸਾਨੂੰ ਸਭ ਕੁਝ ਸਮਝਾਉਂਦੀ ਹੈ ਤੇ ਇਹ ਬਾਣੀ ਹੀ ਸਭ ਕੁਝ ਹੈ। ਔਰ ਜਿਸਨੇ ਇਸ ਬਾਣੀ ਨੂੰ ਪੜ੍ਹ ਕੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਉਸ ਦੀ ਆਰਾਧਨਾ ਕਰਕੇ ਇਸ ਨੂੰ ਮਨ ਵਿੱਚ ਵਸਾ ਲਿਆ ਨਾ ਹੈ ਨਾ, ਕਿਉਂਕਿ ਬਾਣੀ ਇਹ ਬੜੀ ਤਾਕਤਵਰ ਹੈ, ਬੜੀ ਸ਼ਕਤੀਸ਼ਾਲੀ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਪਰ ਇਸ ਬਾਣੀ ਨੂੰ ਉਹ ਗੁਰਮੁਖ ਜਨ ਹੀ ਜਾਣ ਸਕਦਾ ਹੈ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਜੇ ਇਨਸਾਨ ਇਸ ਬਾਣੀ ਨੂੰ ਦਿਲ ਵਿੱਚ ਜਗ੍ਹਾ ਦੇ ਦੇਵੇ ਨਾ, ਦਿਲ ਵਿੱਚ ਵਸਾ ਲਵੇ, ਤੇ ਵਾਕਈ ਹਕੀਕਤ ਵਿੱਚ ਸੱਚ ਜਾਣਿਓ ਕਿ ਪਰਮਾਤਮਾ ਦੇ ਉਹ ਸਾਰੇ ਸੁੱਖਾਂ ਦੇ ਦੁਆਰ ਐਟੋਮੈਟਿਕਲੀ ਖੁੱਲ ਜਾਂਦੇ ਹਨ। ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ, ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਛੈ ਸੋ ਲੈਸੀ। ਇਨਸਾਨ ਸੋਚਦਾ ਬਾਅਦ ਵਿੱਚ ਹੈ, ਉਹ ਵਸਤੂ ਉਸ ਤੋਂ ਪਹਿਲਾਂ ਉਹਦੇ ਕੋਲ ਆਣੀ ਸ਼ੁਰੂ ਹੋ ਜਾਂਦੀ ਹੈ। ਮਨ ਬਾਛੈ ਸੋ ਲੈਸੀ, ਇੱਕ ਵਾਰ ਸੋਚਣ ਦੀ ਲੋੜ ਹੈ। ਜਿਸਨੇ ਇਸ ਬਾਣੀ ਨੂੰ ਇਸ ਹਿਰਦੇ ਵਿੱਚ ਯਾਨੀ ਦਿਲ ਵਿੱਚ ਵਸਾ ਲਿਆ, ਮਨ ਵਿੱਚ ਵਸਾ ਲਿਆ, ਔਰ ਮਨ ਨਾਲ ਪੜਿਆ, ਔਰ ਮਨ ਨਾਲ ਵਿਚਾਰ ਕੀਤੀ, ਔਰ ਮਨ ਨਾਲ ਹੀ ਉਸ ਪਰਮਾਤਮਾ ਦਾ ਕੋਟਾਨ ਕੋਟ ਧੰਨਵਾਦ ਅਤੇ ਕੋਟਾਨ ਕੋਟ ਸ਼ੁਕਰ ਕੀਤਾ। ਤੇ ਅੱਜ ਦੇ ਹੁਕਮ ਵਿੱਚ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਗੁਰੂ ਅਰਜਨ ਪੰਚਮ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਸੂਈ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ। ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਉਂਦਾ ਹਾਂ, ਸਦਕੇ ਜਾਉਂਦਾ ਹਾਂ, ਕਿਉਂਕਿ ਉਸ ਗੁਰੂ ਨੇ ਮੈਨੂੰ ਉਹ ਮਾਰਗ ਦਿਖਾਇਆ, ਉਹ ਮੈਨੂੰ ਰਸਤਾ ਅਪਣਾਉਣ ਲਈ ਕਿਹਾ, ਜਿਸ ਰਸਤੇ ਤੋਂ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ, ਉਹ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ, ਉਹ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਗੁਰ ਆਪਣੇ ਉੱਪਰ ਬਲ ਜਾਈਏ। ਮੈਂ ਐਸੇ ਗੁਰੂ ਤੋਂ ਬਲਿਹਾਰੇ ਜਾਉਂਦਾ ਹਾਂ, ਸਦਕੇ ਜਾਉਂਦਾ ਹਾਂ, ਕੁਰਬਾਨ ਜਾਉਂਦਾ ਹਾਂ। ਆਠ ਪਹਿਰ ਹਰ ਹਰ ਜਸ ਗਾਏ, ਕਿਉਂਕਿ ਇਹ ਗੁਰੂ ਦੀ ਕਿਰਪਾ ਨਾਲ ਹੀ ਗੁਰੂ ਨੇ ਮੈਨੂੰ ਐਸਾ ਉਪਦੇਸ਼ ਦਿੱਤਾ, ਉਸ ਬਾਰੇ ਐਸੀ ਸੋਝੀ ਦਿੱਤੀ, ਉਸ ਸਰਵ ਸ਼ਕਤੀ ਬਾਰੇ ਐਸਾ ਮੈਨੂੰ ਦਰਸਾਇਆ ਕਿ ਮੈਂ ਹੁਣ ਹਰ ਪਲ ਆਠ ਪਹਿਰ ਜਿਹੜੇ ਹੁੰਦੇ ਹਨ, ਉਹ ਹਰ ਪਲ ਮੈਂ ਉਸ ਹਰੀ ਦਾ ਜਸ ਗਾਉਂਦਾ ਹਾਂ। ਹਰ ਹਰ ਜਸ ਗਾਈ। ਔਰ ਸਾਨੂੰ ਵੀ ਇਹ ਮੌਕਾ ਦਿੱਤਾ ਹੈ, ਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਕਿ ਇਹ ਇਨਸਾਨ ਤੂੰ ਵੀ ਆਪਣੇ ਮਨ ਨੂੰ ਰੋਜ਼ਾਨਾ ਜਗਾ ਕਿ ਇਹ ਮਨ ਤੂੰ ਇਸ ਪਾਸੇ ਲੱਗ, ਸੱਚ ਨੂੰ ਆਪਣਾ, ਜੋ ਸੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇਨਸਾਨ ਤੂੰ ਉਸ ਨੂੰ ਗਾ, ਉਸ ਨੂੰ ਧਿਆ, ਉਸ ਦੀ ਆਰਾਧਨਾ ਕਰ। ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਇਹ ਇਨਸਾਨ, ਇਹ ਮੇਰੇ ਮਨ, ਤੂੰ ਉਸ ਪਰਮਾਤਮਾ ਨੂੰ, ਉਸ ਸੁਆਮੀ ਨੂੰ ਸਿਮਰ, ਹਰ ਵੇਲੇ ਸਿਮਰ। ਸਿਮਰੋ ਸਿਮਰ ਸੁਖ ਪਾਓ। ਇਹ ਇਨਸਾਨ ਜਦੋਂ ਤੂੰ ਹਰ ਵੇਲੇ ਉਹਨੂੰ ਸਿਮਰੇਗਾ ਨਾ, ਉਸਨੇ ਗੁਰੂ ਨੇ ਸਾਨੂੰ ਇਹ ਨਹੀਂ ਆਖਿਆ ਵੀ ਅੱਖਾਂ ਮੀਟ ਕੇ ਬਹਿ ਜਾਣਾ। ਇਹ ਇਨਸਾਨ ਤੂੰ ਕੰਮ ਕਰਦਿਆਂ ਹੋਇਆਂ ਬਸ ਧਿਆਨ ਰੱਖਣਾ ਹੈ ਕਿ ਪਰਮਾਤਮਾ ਤੇਰੇ ਨਾਲ ਹੈ, ਤੇਰੇ ਅੰਗ ਸੰਗ ਹੈ। ਤੂੰ ਕੰਮ ਕਰਦਿਆਂ ਬਸ ਉਸਦੀ ਆਰਾਧਨਾ ਵਿੱਚ ਰਹਿਣਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰਾ ਕੋਟਾਨ ਕੋਟ ਧੰਨਵਾਦ ਹੈ। ਆਪਾਂ ਜਦੋਂ ਇਹ ਅਲਫਾਜ਼ ਕਹਿੰਦੇ ਹਾਂ ਤੇ ਗੁਰੂ ਵਾਕਈ ਸਾਡੇ ਕੰਮਾਂ ਵਿੱਚ ਇੰਨੀਆਂ ਬਰਕਤਾਂ ਪਾ ਦਿੰਦਾ ਹੈ, ਉਹ ਖੁਸ਼ੀਆਂ ਸਾਡੀ ਝੋਲੀ 'ਚ ਭੇਜ ਦਿੰਦਾ ਹੈ, ਜਿਨ੍ਹਾਂ ਖੁਸ਼ੀਆਂ ਵਾਸਤੇ ਅਸੀਂ ਪੂਰੀ ਜ਼ਿੰਦਗੀ ਭਟਕਦੇ ਫਿਰਦੇ ਹਾਂ, ਫਿਰ ਵੀ ਉਹ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਲੇਕਿਨ ਸਿਮਰਨ ਨਾਲ ਸਿਮਰ ਸੁਖ ਪਾਓ। ਇਹ ਇਨਸਾਨ ਜੇ ਤੂੰ ਵਾਕਈ ਲਗਾਤਾਰ ਉਸ ਨੂੰ ਜਪੇਗਾ ਨਾ, ਉਸਦੀ ਆਰਾਧਨਾ ਕਰੇਗਾ, ਉਸ ਨੂੰ ਧਿਆਨ ਵਿੱਚ ਰੱਖੇਗਾ, ਫਿਰ ਕੀ ਹੋਇਆ? ਕਲ ਕਲੇਸ਼ ਤਨ ਮਾਹੀ ਮਿਟਾਓ। ਇਹ ਜਿਹੜੇ ਕਲਯੁਗ ਦੇ ਕਲੇਸ਼ ਹਨ ਨਾ, ਇਹ ਬੜੇ ਭੈਂਕਰ ਹਨ, ਇਹ ਪਰੇਸ਼ਾਨੀਆਂ ਬੜੀਆਂ ਭੈਂਕਰ ਹਨ, ਸੌਖੀਆਂ ਨਹੀਂ ਹਨ। ਜਿਸ ਇਨਸਾਨ ਨਾਲ ਬੀਤਦੀ ਹੈ, ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਹੁੰਦਾ ਹੈ, ਉਹਨਾਂ ਨੂੰ ਪੁੱਛੋ, ਭਾਵੇਂ ਉਹਨਾਂ ਕੋਲ ਧਨ ਦੌਲਤ ਤੇ ਅੰਬਾਰ ਲੱਗੇ ਹੋਏ ਹਨ, ਉਹਨਾਂ ਕੋਲ ਜੋ ਮਰਜ਼ੀ ਹੈ,
ਲੇਕਿਨ ਉਹਨਾਂ ਦੇ ਘਰ ਵਿੱਚ ਕਲੇਸ਼ ਨੇ ਉਹਨਾਂ ਦਾ ਜਿਹੜਾ ਵੀ ਕਮਾਇਆ ਹੋਇਆ ਉਹ ਸਾਰਾ ਵਿਅਰਥ ਹੋ ਜਾਂਦਾ ਹੈ, ਕਿਉਂਕਿ ਜੇ ਘਰ ਵਿੱਚ ਆਨੰਦ ਹੀ ਨਹੀਂ ਹੈ ਫਿਰ ਐਸੇ ਪੈਸੇ ਦਾ ਫਾਇਦਾ ਕੀ ਹੈ। ਪੈਸਾ ਉਹਨਾਂ ਕੋ ਹੋਵੇ ਜਿਹਦੇ ਕਰਕੇ ਇਨਸਾਨ ਦੇ ਘਰ ਵਿੱਚ ਉਹ ਸੁਖ ਸ਼ਾਂਤੀ, ਉਹ ਸੁਖ ਸਮਰਧੀ ਬਣੀ ਰਹੇ, ਉਹ ਪਿਆਰ ਬਣਿਆ ਰਹੇ, ਉਹ ਸਤਿਕਾਰ ਬਣਿਆ ਰਹੇ, ਉਹ ਮਾਨ, ਉਹ ਸਨਮਾਨ ਇਨਸਾਨ ਨੂੰ ਮਿਲਦਾ ਰਹੇ, ਜਿਸ ਕਰਕੇ ਇਹ ਜੀਵਨ ਵਾਕਈ ਆਨੰਦਿਤ ਹੋ ਜਾਂਦਾ ਹੈ। ਤੇ ਪਿਆਰਿਓ ਆਪਾਂ ਉਸ ਨੂੰ ਸਿਮਰਨਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ। ਤੇ ਫਿਰ ਕੀ ਹੋਗਾ? ਸਾਸ ਸੰਭਾਲੇ, ਤੇਰੇ ਹਰ ਸਾਹ ਵਿੱਚ ਉਹ ਤੈਨੂੰ ਤੇਰੀ ਸੰਭਾਲ ਕਰੇਗਾ। ਤੂੰ ਜਿੱਥੇ ਵੀ ਜਾਵੇਗਾ ਉਹ ਤੇਰੇ ਨਾਲ ਖੜਾ ਹੋਵੇਗਾ। ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਇਹ ਇਨਸਾਨ ਇੱਕ ਵਾਰ ਤੋਂ ਗੁਰੂ ਦੇ ਪੈਰਾਂ ਵਿੱਚ ਆ ਕੇ ਬੈਠ ਤੇ, ਗੁਰੂ ਦੇ ਚਰਨਾਂ ਵਿੱਚ ਆ ਕੇ ਇੱਕ ਵਾਰ ਹਾਜ਼ਰੀ ਲਾ ਕੇ ਤੇ ਦੇਖ, एक बार कदम चुके ते देख, एक बार कदम बढ़ा के ते देख, ते तेरे जीवन विच वो आनंद किवें बनदा है। ये संसार जिहड़ा है साथ संगत, ये संसार सिर्फ तो सिर्फ जो तक तुसी किसी लिए कुछ कर रहे हो तो तुहाडी बल्ले बल्ले होंदी है। जिद् तुसी मजबूर हो जाते हो, कोई फिर तुहाडी मजबूरी नहीं समझदा कि अगले की मजबूरी की है, बस फिर एक मजाक के तौर पर उसनूं इंसान इग्नोर करना शुरू कर दिंदा है। ਤੇ ਪਿਆਰਿਓ ਆਪਾਂ ਉਸ ਸਰਬ ਸੁੱਖਾਂ ਦੇ ਦਾਤੇ ਨਾਲ ਜੁੜਨਾ ਹੈ, ਉਸ ਦੀ ਆਰਾਧਨਾ ਵਿੱਚ ਜੁੜਨਾ ਹੈ। ਸਿਮਰੋ ਸੋ ਪ੍ਰਭ ਆਪਣਾ ਸੁਣ, ਉਸ ਪ੍ਰਭੂ ਪਰਮਾਤਮਾ ਨੂੰ ਸਿਮਰਨਾ ਹੈ, ਉਸ ਦੀ ਆਰਾਧਨਾ ਕਰਨਾ ਹੈ। ਸਗਲ ਘਟਾਂ ਕਾ ਅੰਤਰਜਾਮੀ, ਜਿਹੜਾ ਘਟ ਘਟ ਵਿੱਚ ਵਸਦਾ ਹੈ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਇਹ ਸਾਰਾ ਸੰਸਾਰ ਜਿਹੜੇ ਮਹਾਪੁਰਸ਼ ਸੰਤ ਜਨ ਹਨ, ਸਾਧ ਸੰਗਤ ਵਿੱਚ ਹਰ ਇਨਸਾਨ ਇਹ ਪੁਕਾਰ ਕੇ ਕਹਿੰਦਾ ਹੈ ਕਿ ਵਾਕਈ ਉਹ ਘਟ ਘਟ ਵਿੱਚ ਵਸਦਾ ਹੈ, ਉਹ ਜਰਰੇ ਜਰਰੇ ਵਿੱਚ ਵਸਦਾ ਹੈ, ਉਹ ਹਰ ਥਾਂ ਤੇ ਜਿੱਥੇ ਵੀ ਆਪਾਂ ਦੇਖਦੇ ਹਾਂ ਉੱਥੇ ਹੀ ਉਹ ਮੌਜੂਦ ਹੈ। ਸਗਲ ਘਟਾਂ ਕਾ ਅੰਤਰਜਾਮੀ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਵਿੱਚ ਵਸਦਾ ਹੈ। रहाओ चरण कमल स्यों लागी प्रीत। और जिन्हां ने वाकई घट घट उस परमात्मा अकाल पुरख नूं अपने नाल जान लिया है, नेड़ा है, दूर ना जानियो। है इंसान तो उसनूं दूर ना जान। असीं कई बार कहते उत्ते भाई आसमान विच रहिंदा है, ਉਹਦਾ ਵਾਸਾ ਤੇ ਉੱਪਰ ਹੈ। ਉੱਪਰ ਕਿੱਥੇ ਹੈ? ਉੱਪਰ ਕਿਸਨੇ ਵੇਖਿਆ ਹੈ? ਉੱਪਰ ਹੈ ਕੀ? ਇਹ ਤੇ ਵਾਹਿਗੁਰੂ ਜਾਣਦਾ ਹੈ, परमात्मा जानते। जिन्नी को साडी खोज है असी उसके हिसाब नाल उसनूं कह सकते हाँ, पर गुरु नानक स्पष्ट कहते हैं, कहते इहदा अंत नहीं है, ये बेअंत है। जिन्ना उहनूं खोजोगे, जिन्नी उहदी तलाश करोगे, वो उन्ना ही अगे वधदा जाएगा, वधदा जाएगा, वधदा जाएगा। उत्ते बहुत वड्डी शक्ति है, उसनूं जानना सौखा नहीं है। हाँ, जिन्ना तू जान लैंदा है तेरे वास्ते उन्ना ही बड़ा है। वो शक्ति तेरे अंदर ऐसी जोत जगा देंदी है, ऐसा तेरे अंदर चानण कर देंदी है कि तेरी लाइफ ऐसी प्यारी बन जाती है जो तू ओदे चरण कमलों नाल प्रीत पा लैंदा है, ओदे नाल प्यार पा लैंदा है, ओदे नाल भाव बना लैंदा है। साची पूरन निर्मली पर एक कदों प्रवान होंदी है जदों असी मन नाल साची प्रीत हम तुम स्यों जोरी, तुम स्यों जोर अवर संग तोरी। उन्हां भगतां ने संसार नाल मोह तोड़ के, इन्हें वो संसार नाल बोलते नहीं सन, नहीं, उन्होंने देख लिया कि संसार सिर्फ तो सिर्फ एक लालच का घर है। लोकी या परिवार सिर्फ तो सिर्फ लालच कारण इंसान नाल उहदी वडियाई करते हैं, उन्होंने हर वेले इस तरह दिखाते हैं कि वाकई असीं तेरे हाँ। पर जो इंसान को सब कुछ है, चढ़ते सूरज नूं सलाम है, जो तक इंसान को सब कुछ है तो उहदे नाल सारे खड़े हो जाते हैं, सारे मित्र बन जाते हैं, प्यारे बन जाते हैं, रिश्तेदार बन जाते हैं। लेकिन इंसान को जो मुसीबत आती है ना, परेशानी आती है, कठिनाई आती है तो अपने भी साथ छड़ देंगे हैं। जहाँ को मुश्किल अत बने ढोई कोई ना दे, लागू होए दुश्मना साक भे भज खले, सबो भजे आसरा चूके सब असराओ, चित आवे ओस पार ब्रह्म लगे ना तत्ती वाओ। अपने भी फिर दूजिया की बड़ाई वो सामने करनी शुरू कर देंगे हैं। जिन्होंने चार पैसे चार छिल्लर इकट्ठे किए हुए हैं, उन्होंने गल बार बार गल सुनाते हैं, वो कोल किन्ना है, तुहाडे कोल ते कुछ भी नहीं है, तुसीं की कीता है।
इंसान बस इस पिछे ये मोह है इंसान का, और कुछ नहीं है। इसलिए उन्होंने भगतां ने उस परमात्मा नूं खोज के ਉਹਦੇ ਨਾਲ मिल गए, ਉਹਦੇ ਨਾਲ एकमिकता हो गई, संसार ਨੂੰ ਪਿੱਛੇ ਛੱਡ ਦਿੱਤਾ। ਸਾਚੀ ਪ੍ਰੀਤ हम तुम स्यों जोरी, ऐ मालिक मैं ते तेरे नाल हुण जोड़ लई है, मैं ते तेरे नाल प्यार दी सांझ पा ਲਈ, तू मेरा है मैं तेरा हाँ। साची पूरन क्योंकि उन्होंने अंदरों निर्मल ਜਿਹੜਾ ਉਹਨਾਂ ਦਾ ਵਾਸਾ ਹੈ परमात्मा के नाम का, उस निर्मल वास्ते ने उन्होंने अंदर ऐसी शक्ति दी कि वो वाकई परमात्मा दे बन गए। संत प्रसाद वसै मन माही, इस संतां दे बचन, इस संतां दी कृपा इस सत संगत विचों ही मिलती है, क्योंकि साध संगत विच उस परमात्मा का वासा होंदा है। परमात्मा आप ओदे विच वर्तारा करता है, ओदे विच आप आके वसदा है। जन्म जन्म के किल विख जाही, जिन्हां ने मन विच वसा लिया ना उस माही नूं। संत प्रसाद वसै मन माही, क्योंकि जिन्हां संतां ने, जिन्हां महापुरुषां ने, जिन्हां संत जना ने, जिन्हां सेवादारां ने, जिन्हां जना ने उस परमात्मा नूं अपने हिरदे विच वसा लिया है, उस माही नूं अपने मन विच वसा लिया है। जन्म जन्म के किल विख जाही, उन्होंने जन्म जन्मांतरा के वो पाप कट गए, वो परेशानियां दूर हो गई, वो कठिनाइयां दूर हो गई। तो फिर की होया, कर कृपा प्रभु दीन दयाल। गुरु अर्जन पंचम पातशाह लास्ट की पंक्ति कहते हैं, ऐ मेरे प्रभु, ऐ कृपा दे पात्र, ऐ दीन दयाल, दीन नूं निवाजन वाले, ऐ गुरु गरीब निवाज, मेरे ते भी कृपा कर। गुरु अर्जन पंचम पातशाह अरदास कर कृपा, ऐ मेरे मालिक, ऐ मेरे प्रभु, ऐ मेरे दयाल वाहिगुरु, कर कृपा प्रभु दीन दयाल, मेरे ते भी बख्शिश कर। नानक मांगे संत रवाला, नानक यही कुछ मंगता है, तेरे नाम दी वो बरकत मंगता है, तेरे नाम दी वो खुशियां मंगता है, जिन्हां खुशियां नूं पाके इंसान का जीवन आनंदित बन जाता है, खुशियां वाला बन जाता है। इंसान के जीवन में वो खेड़े आ जाते हैं, वो खुशियां के खेड़े बन जाते हैं, जिन्हां खुशियां के वास्ते ये इंसान पूरी जिंदगी भटकता है। पर उन्हां जिन्हां करके ये भटकता है, उन्हां विच वो आनंद नहीं प्राप्त होंदा। हाँ, जो इंसान परमात्मा नाल अपनी नेड़ता बना लेंदा है, उसका बन जाता है, तो इंसान के जीवन में वो खुशियां के खेड़े आप आके वसदे हैं। तो आओ प्यारियो, आपां भी अरदास करिए, आपां भी अमृत वेले नूं सांभीए। वाहिगुरू दे अगे अरदास करिए, मालिक साडी झोली विच अमृत वेला पा, अमृत वेला सच नाओ वडियाई विचार, क्योंकि इस अमृत वेले विच ही वो शोभा, वो वडियाई, वो सोहरत, वो दौलत, वो नामयस, वो जय जयकार की उस्तति। क्योंकि ब्रह्म मुहूर्त, कोई इनू अमृत वेला कहता है, कोई ब्रह्म मुहूर्त कहता है, क्योंकि ये वाकई बहुत शुभ मुहूर्त है। ब्रह्म मुहूर्त, ब्रह्म नाल मिलना, उस ब्रह्मांड नाल जुड़ना, जो कित्थे तक है, ये पूरा ब्रह्मांड, ये पूरी शक्ति वो परमात्मा का स्वरूप है। उन्होंने आपां कई बार एक छोटे जे इंसान के रूप में देखते हैं, नहीं, वो पूरे ब्रह्मांड का मालिक है। वो कितना वड्डा है, कित्थे तक है, उसका की स्वरूप है, ये इंसान को जान नहीं सकता। क्योंकि गुरु गोबिंद सिंह पातशाह ने लिखा है, आप रोजाना पढ़ते हाँ, चक्कर चिहन अर बरन जात अर पात नहीं जे, रूप रंग अर रेख भेद को कह ना सकत के, अचल मूर्त अनुभव प्रकाश हम तोज कही जय, कोट इंद्र इंद्राण शाहो शाहान गणी जय, त्रिभवन महीप सुर नर असुर नेत नेत बंतिरण कहत, तब सर्व नाम कथे कवन करम नाम वर्णन सुमत। बस यही है कि उस ब्रह्मांड नूं आपां नमस्कार करिए, उन सर्व शक्तियां नूं, यूनीवर्स, वो ब्रह्मांड, वो अकाल पुरख, वो परमात्मा जो सानू हर वेले शक्तियां देंदा है। और शक्तियां उन्हें साडे वास्ते ये सूरज दियां किरणां, ये चांद की सुख शांति वाली एक किरणां, ये प्यार की किरणां, ये आशीषां अते ये धरती विचों सानू महकदी वो मिट्टी, वो वनस्पति विचों वो सानू मिलदे फल, ये सारे संसार समुद्र विचों सानू मिलदा पानी, ये सारे सुख उन्हें साडे लई बनाए हैं। ये सारा संसार साडे लई बनाया है। ये आसमान, ये बादल, ये साडे वास्ते बारिश, ये खुशियां,
ਇਹ ਅੰਮ੍ਰਿਤ ਦੀਆਂ ਵਰਖਾਂ ਉਸ ਪਰਮਾਤਮਾ ਨੇ ਸਾਡੇ ਵਾਸਤੇ ਬਣਾਈਆਂ ਹਨ, ਕਿਉਂਕਿ ਆਪਾਂ ਉਹਦੇ ਪੁੱਤਰ ਪੁੱਤਰੀਆਂ ਹਾਂ। ਤੇ ਪਿਤਾ ਹਮੇਸ਼ਾ ਆਪਣੇ ਬੱਚਿਆਂ ਵਾਸਤੇ ਬੜਾ ਕੁਝ ਸੋਚਦਾ ਹੈ, ਪਰ ਕਈ ਵਾਰ ਸਿਸਟਮ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਇਨਸਾਨ ਸਭ ਕੁਝ ਸੋਚਦਿਆਂ ਹੋਇਆਂ ਵੀ ਉਹਦਾ ਕੋਈ ਵਸ ਨਹੀਂ ਚੱਲਦਾ। ਫਿਰ ਵਸ ਹੈ ਇਨਸਾਨ ਜੇ ਤੂੰ ਚਲਾਉਣਾ ਚਾਹੁੰਦਾ ਹੈ ਤੇ ਪਰਮਾਤਮਾ ਨਾਲ ਜੁੜ, ਪਰਮਾਤਮਾ ਦੀ ਆਰਾਧਨਾ ਕਰ, ਉਸ ਅੰਮ੍ਰਿਤ ਵੇਲੇ ਵਿੱਚੋਂ ਉਹਨੂੰ ਖੋਜ। ਤੇ ਖੋਜਤ ਖੋਜਤ ਮੈਂ ਫਿਰਾਂ, खोजो वन थान, अचल अछेद अभेद प्रभ, ऐसे भगवान कब देखो प्रभ आपना, आत्म के रंग जागन ते सुपना भला, बस ये प्रभ संग जागन ते सुपना भला, बस ये प्रभ संग जागन ते सुपना भला, बस ये प्रभ संग। भुल्लां चुका दी खिमा। वाहिगुरू जी का खालसा, वाहिगुरू जी की फतेह।